ਦੋਸਤੋ, ਅੱਜ ਮੈਂ ਜਿਸ ਕਿਤਾਬ ਦੀ ਗੱਲ ਕਰਨ ਲੱਗਿਆ ਉਹ ਬਹੁਤ ਪਿਆਰੇ ਸ਼ਾਇਰ ਦੋਸਤ ਕੁਲਵਿੰਦਰ ਦੀ ਸੱਜਰੀ ਕਿਤਾਬ ਹੈ, ਸ਼ਾਮ ਦੀ ਸ਼ਾਖ 'ਤੇ। ਇਸ ਤੋਂ ਪਹਿਲਾਂ ਸਾਨੂੰ ਉਹ ਦੋ ਗਜ਼ਲ ਸੰਗ੍ਰਹਿ ਬਿਰਸ਼ਾਂ ਅੰਦਰ ਉੱਗੇ ਖੰਡਰ ਔਰ ਨੀਲੀਆਂ ਲਾਟਾਂ ਦਾ ਸੇਕ ਲਗਭਗ 12-15 ਸਾਲ ਪਹਿਲਾਂ ਦੇ ਚੁੱਕਿਆ। ਔਰ ਇਹ ਕਿਤਾਬ ਉਹਦੀ ਚਿਰਾਂ ਬਾਅਦ ਆਈ ਕਰਕੇ ਇਸ ਦੀ ਉਡੀਕ ਵੀ ਲੰਮੇ ਸਮੇਂ ਤੋਂ ਅਸੀਂ ਕਰ ਰਹੇ ਸਾਂ। ਮੈਨੂੰ ਮਾਣ ਹੈ ਕਿ ਜਿਸ ਪ੍ਰਿੰਸੀਪਲ ਤਖਤ ਸਿੰਘ ਹੋਰਾਂ ਪਾਸੋਂ ਗਜ਼ਲ ਦਾ ਥੋੜ੍ਹਾ ਬਹੁਤਾ ਊੜਾ ਜਿਹੜਾ ਮੈਂ ਸਿੱਖਿਆ, ਕੁਲਵਿੰਦਰ ਨੇ ਵੀ ਉਸ ਕੋਲੋਂ ਹੀ ਬਚਪਨ ਵਿੱਚ ਕੁਝ ਸਬਕ ਲਏ ਔਰ ਪ੍ਰਿੰਸੀਪਲ ਤਖਤ ਸਿੰਘ ਹੋਰਾਂ ਦਾ ਹੀ ਵਰੋਸਾਇਆ ਅੱਗੋਂ ਸਰਵਣ ਰਾਹੀ ਰੁੜਕੇ ਵਾਲਿਆਂ ਦਾ ਸਾਥ ਮਾਣਦਾ ਹੋਇਆ ਡਾਕਟਰ ਜਗਤਾਰ ਹੋਰਾਂ ਦੀ ਸੰਗਤ 'ਚ ਪ੍ਰਪੱਕ ਸ਼ਾਇਰ ਦੇ ਰੂਪ 'ਚ ਉੱਭਰਿਆ। ਅੱਜ ਉਸ ਦੇ ਕਲਾਮ ਦੀ ਗਵਾਹੀ ਦੇਣ ਵਾਸਤੇ ਡਾਕਟਰ ਸੁਰਜੀਤ ਪਾਤਰ, ਸਾਡਾ ਸ਼ਾਇਰ ਮਿੱਤਰ ਜਸਵਿੰਦਰ ਔਰ ਉਸ ਦੇ ਸਲਾਹ ਮਸ਼ਵਰਾ ਕਰਨ ਵਾਲੇ ਦੋਸਤਾਂ 'ਚ ਸੁਖਵਿੰਦਰ ਕੰਬੋਜ ਹੈ, ਸੁਰਜੀਤ ਜੱਜ, ਜਗਵਿੰਦਰ ਜੋਧਾ ਔਰ ਸਾਰੇ ਮੁਹੱਬਤੀ ਜੀ ਜਿਹੜੇ ਕੁਲਵਿੰਦਰ ਦੀ ਮੁਹੱਬਤ ਮਾਣਦੇ ਨੇ, ਸਿਰਫ ਉਸ ਦੇ ਸੁਭਾਅ ਕਰਕੇ ਨਹੀਂ, ਉਸ ਦੇ ਕਲਾਮ ਕਰਕੇ ਵੀ। ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸਾਂ ਸ਼ਾਮ ਦੀ ਸ਼ਾਖ 'ਤੇ, ਤਾਂ ਮੈਨੂੰ ਲੱਗਿਆ ਕਿ ਇਸ ਕਿਤਾਬ ਨੂੰ ਤੁਹਾਡੇ ਤੱਕ ਸਾਂਝ ਪਾਉਣ ਵਾਸਤੇ ਆਪਣੀ ਆਵਾਜ਼ ਨੂੰ ਵਰਤਾਂ। ਔਰ ਇਸ ਕਿਤਾਬ ਦੇ ਮੁੱਢਲੇ ਬੁਨਿਆਦੀ ਪੰਨਿਆਂ ਦੇ ਵਿੱਚ ਡਾਕਟਰ ਸੁਰਜੀਤ ਪਾਤਰ ਹੋਰਾਂ ਨੇ ਕੁਝ ਬੜੀਆਂ ਮੁੱਲਵਾਨ ਗੱਲਾਂ ਆਖੀਆਂ। ਉਹ ਕਹਿੰਦੇ ਨੇ ਕਿ ਕੁਲਵਿੰਦਰ ਦਾ ਸ਼ੁਮਾਰ ਪੰਜਾਬੀ ਗਜ਼ਲ ਦੇ ਸਭ ਤੋਂ ਵੱਧ ਰੌਸ਼ਨ ਨਾਮਾਂ ਵਿੱਚ ਹੁੰਦਾ ਹੈ। ਮੈਨੂੰ ਉਸ ਦੀ ਗਜ਼ਲ ਦੀ ਸਭ ਤੋਂ ਵੱਡੀ ਖੂਬੀ ਇਹ ਲੱਗਦੀ ਹੈ ਕਿ ਉਸ ਦੇ ਸ਼ੇਅਰਾਂ ਵਿਚਲੇ ਧਰਤ ਦ੍ਰਿਸ਼, ਜਿਹਨੂੰ ਆਪਾਂ ਲੈਂਡਸਕੇਪ ਕਹਿੰਦੇ ਹਾਂ, ਬਹੁਤ ਪੁਰ ਅਸਰ ਹੁੰਦੇ ਨੇ। ਸ਼ਬਦ ਸ਼ਬਦ, ਸਤਰ ਸਤਰ ਉਹ ਕਿਸੇ ਫਿਲਮ ਦੇ ਦ੍ਰਿਸ਼ ਵਾਂਗ ਖੁੱਲ੍ਹਦੇ ਨੇ ਅਤੇ ਸਾਡੇ ਸਾਹਮਣੇ ਇੱਕ ਸੁਹਜਮਈ ਅਨੂਠਾ ਸੰਸਾਰ ਸਿਰਜ ਦਿੰਦੇ ਨੇ। ਉਹ ਅੱਗੇ ਕਹਿੰਦੇ ਨੇ ਕਿ ਕੁਲਵਿੰਦਰ ਦੀ ਇੱਕ ਹੋਰ ਖੂਬਸੂਰਤੀ ਹੈ ਕਿ ਉਸ ਦੀ ਤਕਰੀਬਨ ਹਰੇਕ ਗਜ਼ਲ ਦੇ ਸ਼ੇਅਰਾਂ ਵਿੱਚ ਇੱਕ ਆਪਸੀ ਅੰਤਰੀਵੀ ਸਾਂਝ ਹੁੰਦੀ ਹੈ, ਜਿਸ ਸਦਕਾ ਗਜ਼ਲ ਵਿੱਚ ਸੱਚ ਅਤੇ ਭਾਵਨਾ ਦੀ ਨਿਰੰਤਰਤਾ, ਸੋਚ ਅਤੇ ਭਾਵਨਾ ਦੀ ਨਿਰੰਤਰਤਾ ਅਤੇ ਇਸ ਵਿਕਾਸ ਨੂੰ ਤੁਸੀਂ ਨੰਗੀ ਅੱਖ ਨਾਲ ਵੇਖ ਸਕਦੇ ਹੋ। ਗਜ਼ਲ ਇੱਕ ਚੱਕਰ ਵਿੱਚ ਘੁੰਮਣ ਦੀ ਥਾਂ ਅੱਗੇ ਤੁਰਦੀ ਮਹਿਸੂਸ ਹੁੰਦੀ ਹੈ। ਜਸਵਿੰਦਰ ਵੀ ਬੜੀ ਪਿਆਰੀ ਗੱਲ ਆਖਦਾ ਕਿ ਕੁਲਵਿੰਦਰ ਦੀ ਸ਼ਾਇਰੀ ਦੀ ਵਿਸ਼ੇਸ਼ਤਾ ਕੁਦਰਤ ਦੇ ਵਿਸ਼ਾਲ ਚਿੱਤਰਪਟ ਉੱਤੇ ਮਾਨਵੀ ਸੰਵੇਦਨਾ ਦੇ ਗੂੜ੍ਹੇ ਕਾਵਿਕ ਰੰਗ ਨਿਵੇਕਲੇ ਅੰਦਾਜ਼ ਵਿੱਚ ਭਰਨ ਕਰਕੇ ਹੈ। ਉਸ ਦੀ ਸ਼ਾਇਰੀ ਪੜ੍ਹਦਿਆਂ ਜ਼ਿਹਨ ਅੰਦਰ ਰੂਪਮਾਨ ਹੁੰਦੇ ਉਦਾਸ ਦ੍ਰਿਸ਼ਾਂ ਅੰਦਰ ਆਸ ਤਰਵਾਸ ਦੀ ਧਾਰਾ ਵਗਦੀ ਸਾਫ਼ ਦਿਸਦੀ ਹੈ। ਕੁਲਵਿੰਦਰ ਨੇ ਭੂਗੋਲਕ ਆਲੇ ਦੁਆਲੇ ਅਤੇ ਪੰਜਾਬੀ ਰਹਿਤਲ 'ਚੋਂ ਲਏ ਬਿੰਬਾਂ ਪ੍ਰਤੀਕਾਂ ਨੂੰ ਵੱਖਰੇ ਅਤੇ ਸੱਜਰੇ ਸੰਦਰਭ ਵਿੱਚ ਇੰਨੀ ਕਮਾਲ ਨਾਲ ਪੇਸ਼ ਕੀਤਾ ਕਿ ਅਮੂਰਤ ਵਰਤਾਰੇ ਵੀ ਵਜੂਦ ਧਾਰ ਕੇ ਸਜੀਵ ਹੋ ਜਾਂਦੇ ਨੇ। ਕਿਤੇ ਨੀਲੀ ਝੀਲ ਵਿੱਚ ਸੂਰਜ ਅਤੇ ਸੂਰਜ ਮੇਰੇ ਵਾਸਤੇ ਕੋਈ ਫਰਕ ਨਹੀਂ, ਪਰ ਇੱਥੇ ਸੂਰਜ ਸ਼ਬਦ ਸੁਣਿਆ ਜਾਵੇ। ਕਿਤੇ ਨੀਲੀ ਝੀਲ ਵਿੱਚ ਸੂਰਜ ਸਿਰ ਪਾ ਡਿੱਗਦਾ ਹੈ, ਕਿਤੇ ਸੂਰਜ ਮੁਸਾਫਰ ਦਾ ਮੁਕਟ ਬਣ ਕੇ ਉਸ ਨੂੰ ਥਲ ਤੋਂ ਪਾਰ ਲੈ ਜਾਂਦਾ ਹੈ। ਕਿਤੇ ਦਰਦ ਦੀ ਵਾਦੀ 'ਚ ਢਲਦੀ ਸ਼ਾਮ ਮਹਿਕ ਉੱਠਦੀ ਹੈ, ਕਿਤੇ ਸ਼ਾਮ ਦੀ ਸ਼ਾਖ 'ਤੇ ਫੁੱਲਾਂ ਦਾ ਨਗਰ ਬਲ ਰਿਹਾ ਹੁੰਦਾ ਹੈ। ਜਸਵਿੰਦਰ ਦੀਆਂ ਇਹਨਾਂ ਗੱਲਾਂ ਨਾਲ ਅੱਖਰ ਅੱਖਰ ਸਹਿਮਤ ਹਾਂ। ਸੁਰਜੀਤ ਪਾਤਰ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਬਾਰੇ ਵੀ ਕੋਈ ਦੋ ਰਾਵਾਂ ਨਹੀਂ, ਪਰ ਮੈਂ ਜਿੰਨੀਆਂ ਮਰਜ਼ੀ ਗਵਾਹੀਆਂ ਦੇਈ ਜਾਵਾਂ, ਜਿੰਨਾ ਚਿਰ ਤੁਸੀਂ ਕਲਾਮ ਨੂੰ ਨਹੀਂ ਸੁਣਦੇ ਉਹਨਾਂ ਚਿਰ ਤੁਸੀਂ ਮੇਰੀ ਗੱਲ 'ਚ ਯਕੀਨ ਨਾ ਕਰਿਓ, ਕਿਉਂਕਿ ਮੈਂ ਆਪ ਇਸ ਗੱਲ ਦਾ ਕਾਇਲ ਹਾਂ ਕਿ ਜਿਹੜੀ ਚੀਜ਼ ਤੁਹਾਨੂੰ ਆਪ ਨਹੀਂ ਲੜਦੀ, ਉਹਨਾਂ ਚਿਰ ਉਸ ਚੀਜ਼ ਦਾ ਕਦੇ ਯਕੀਨ ਨਹੀਂ ਕਰਨਾ ਚਾਹੀਦਾ। ਮੈਂ ਕੁਝ ਗਜ਼ਲਾਂ ਤਾਂ ਹੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਸ ਦੀਆਂ। ਪਹਿਲੀ ਗਜ਼ਲ ਦੇ ਕੁਝ ਸ਼ੇਰ ਹਾਜ਼ਰ ਨੇ ਕਿ ਮੈਂ ਆਪਣੇ ਦੌਰ ਦਾ ਇੱਕ ਇਸ ਤਰ੍ਹਾਂ ਦਾ ਸ਼ਾਇਰ ਹਾਂ ਜੋ ਗਹਿਰੀ ਚੁੱਪ ਦੀ ਆਵਾਜ਼ ਸੁਣ ਨਹੀਂ ਸਕਦਾ। ਸੁਲਗਦੇ ਸੀਨਿਆਂ ਅੰਦਰ ਜੋ ਚੀਕਦੇ ਰਹਿੰਦੇ, ਮੈਂ ਸੁੰਨੀ ਰਾਤ ਨੂੰ ਉਹ ਸਾਜ਼ ਸੁਣ ਨਹੀਂ ਸਕਦਾ। ਇਹ ਕਿਸ ਮੁਕਾਮ 'ਤੇ ਆਈ ਹੈ ਜ਼ਿੰਦਗੀ ਮੇਰੀ, ਨਿਭੇ ਨਾ ਆਪਣੇ ਹੀ ਨਾਲ ਦੋਸਤੀ ਮੇਰੀ। ਖਾਮੋਸ਼ ਰਾਤ ਦੇ ਗੁੰਬਦ 'ਚੋਂ ਜੋ ਘਿਰੇ ਹੋਏ, ਉਦਾਸ ਦੋਸਤਾਂ ਦੇ ਰਾਜ ਸੁਣ ਨਹੀਂ ਸਕਦਾ। ਉਹਨਾਂ ਨੂੰ ਕੀ ਪਤਾ ਕਿ ਦਰਦ ਦਾ ਹੈ ਮਤਲਬ ਕੀ, ਉਹਨਾਂ ਨੇ ਕੈਦ ਕੀਤੀ ਪਿੰਜਰੇ 'ਚ ਸੋਨ ਚਿੜੀ। ਉਹ ਬੰਦ ਬੰਦ ਕੱਟਦੇ ਜਾ ਰਹੇ ਨੇ ਪਰ ਮੈਂ ਪਰਾਂ 'ਚ ਤੜਪਦੀ ਪ੍ਰਵਾਜ਼ ਸੁਣ ਨਹੀਂ ਸਕਦਾ। ਸਿਖਰ ਦੁਪਹਿਰ ਨੂੰ ਹੀ ਜ਼ਿੰਦਗੀ ਦੀ ਸ਼ਾਮ ਢਲੇ, ਗੁਜ਼ਰ ਕੇ ਅਗਨ 'ਚੋਂ ਇਹ ਜਿਸਮ ਖਾਕ ਨਾਲ ਰਲੇ। ਜੇ ਇਸ ਤਰ੍ਹਾਂ ਹੀ ਹੋਣਾ ਅੰਤ ਇਸ ਕਹਾਣੀ ਦਾ, ਮੈਂ ਇਸ ਦਾ ਖੁਸ਼ਨੁਮਾ ਆਗਾਜ਼ ਸੁਣ ਨਹੀਂ ਸਕਦਾ।
ਆਬਾਦ ਕਰਨ ਨਿਕਲੇ ਰੌਸ਼ਨੀ ਦੀ ਹਰ ਵਾਦੀ, ਮਗਰ ਉਹ ਨੇਰ ਦੀ ਬਸਤੀ ਦੇ ਹੋ ਗਏ ਆਦੀ। ਕਮਾਲ ਇਹ ਕਿ ਉਹ ਕੌਣ ਸਨ ਤੇ ਕੀ ਨਿਕਲੇ, ਉਹਨਾਂ ਦਾ ਇਹ ਨਵਾਂ ਅੰਦਾਜ਼ ਸੁਣ ਨਹੀਂ ਸਕਦਾ। ਜਿਸ ਨੇ ਹੋਰ ਤੇਜ਼ ਵਗਣਾ ਹੈ, ਅਨੇਕ ਦੀਵਿਆਂ ਨੇ ਫਿਰ ਵੀ ਇੱਥੇ ਜਗਣਾ ਹੈ। ਹਵਾ ਨੂੰ ਕਹਿ ਦਿਓ ਜੰਗਲ ਨਹੀਂ ਇਹ ਬਸਤੀ ਹੈ, ਮੈਂ ਇਸ ਦੀ ਚੀਕ ਦੀ ਆਵਾਜ਼ ਸੁਣ ਨਹੀਂ ਸਕਦਾ। ਦੱਸੋ ਹੋਰ ਕੀ ਆਖਾਂ। ਚਲੋ ਇੱਕ ਗਜ਼ਲ ਹੋਰ ਸੁਣਾਉਣਾ ਤੁਹਾਨੂੰ ਕਿ ਨਦੀ ਝੀਲ ਚਸ਼ਮਾ ਨਾ ਦਰਿਆ ਕਿਤੇ ਵੀ, ਨਾ ਮੌਸਮ ਹੀ ਦਿਸਦਾ ਕਿਤੇ ਕਿਣਮਣੀ ਦਾ। ਚੁਫੇਰੇ ਸੁਲਗਦਾ ਹੈ ਰੇਤਾ ਹੀ ਰੇਤਾ, ਬੜਾ ਖੁਸ਼ਕ ਹੈ ਸਫ਼ਰ ਜ਼ਿੰਦਗੀ ਦਾ। ਜੋ ਪਾਣੀ ਲਈ ਕੀਤੇ ਬਿਰਲਾਪ ਸਾਰੇ, ਨਦੀ ਨੂੰ ਹੀ ਸੁਣਨੇ ਪਏ ਆਪ ਸਾਰੇ। ਸਮੁੰਦਰ ਤਾਂ ਆਪਣੇ ਹੀ ਰੌਲੇ ਦੇ ਕਾਰਨ, ਰੁਦਨ ਸੁਣ ਹੀ ਸਕਿਆ ਨਾ ਸੁੱਕੀ ਨਦੀ ਦਾ। ਇਹ ਬਿਰਹਾ ਦੀ ਕੈਸੀ ਤੜਪ ਹੈ ਸੁਰਾਂ ਵਿੱਚ, ਜਿਵੇਂ ਹੂਕਦਾ ਹੈ ਕੋਈ ਖੰਡਰਾਂ ਵਿੱਚ। ਜਿਵੇਂ ਚੀਕਦੇ ਨੇ ਹਜ਼ਾਰਾਂ ਹੀ ਜੰਗਲ, ਸੁਣੇ ਰਾਤ ਭਰ ਦਰਦ ਇਉਂ ਬੰਸਰੀ ਦਾ। ਜਦੋਂ ਪੀੜ ਦਾ ਕੋਈ ਚਾਰਾ ਨਾ ਦਿਸਿਆ, ਕਿਤੇ ਚੰਦ ਜੁਗ ਨੂੰ ਸਿਤਾਰਾ ਨਾ ਦਿਸਿਆ। ਘਣੀ ਰਾਤ ਵਿੱਚ ਮੈਂ ਸ਼ਬਦਾਂ ਦੀ ਲੋਏ, ਲਹੂ ਨਾਲ ਲਿਖਿਆ ਸਫਾ ਡਾਇਰੀ ਦਾ। ਤੂੰ ਪੁਰ ਸ਼ਬਦਾਂ ਨੂੰ ਪ੍ਰਵਾਸ ਦੇ ਦੇ, ਤੂੰ ਪੁਰਸੋਜ਼ ਸ਼ਬਦਾਂ ਨੂੰ ਪ੍ਰਵਾਸ ਦੇ ਦੇ। ਮੇਰੇ ਸਿਸਕ ਦੇ ਗੀਤ ਨੂੰ ਸਾਜ਼ ਦੇ ਦੇ। ਤੂੰ ਜਿਸ ਹਾਲ ਵਿੱਚ ਵੀ ਹੈ ਆਵਾਜ਼ ਦੇ ਦੇ, ਕਿਤੇ ਟੁੱਟ ਹੀ ਜਾਵੇ ਨਾ ਪੁਲ ਦੋਸਤੀ ਦਾ। ਸਿਆਹ ਬਣ ਜਾਂ ਹਨੇਰੀ ਗੁਫਾ ਹੈ ਜਾਂ ਖੰਡਰ, ਅਜੇ ਹਰ ਦਿਸ਼ਾ ਵਿੱਚ ਉਦਾਸੀ ਦਾ ਮੰਜ਼ਰ। ਇਸੇ ਆਸਤੇ ਹੀ ਅਸੀਂ ਹਾਂ ਸਫ਼ਰ ਵਿੱਚ, ਕਿਤੇ ਤਾਂ ਮਿਲੇਗਾ ਨਗਰ ਰੌਸ਼ਨੀ ਦਾ। ਮੇਰਾ ਖਿਆਲ ਹੈ ਕਿ ਕੁਝ ਗਜ਼ਲਾਂ ਹੋਰ ਪੜ੍ਹਨੀਆਂ ਚਾਹੀਦੀਆਂ, ਤਾਂ ਹੀ ਜਾਣੋਗੇ ਨਾ ਕਿ ਉਸ ਦੀਆਂ ਕਿੰਨੀਆਂ ਨੁਕਰਾਂ ਨੇ ਉਹਦੇ ਮਨ ਦੀਆਂ। ਚਲੋ ਕੁਛ ਇੱਕ ਹੋਰ ਗੱਲਾਂ ਸਾਂਝੀਆਂ ਕਰਦੇ ਹਾਂ ਕਿ ਸਿਖਰ ਦੁਪਹਿਰੇ ਅੰਦਰ ਭਾਲਦੇ ਨੇ ਛਾਵਾਂ ਨੂੰ, ਪਰਿੰਦੇ ਜਾ ਰਹੇ ਨੇ ਅੰਨੀਆਂ ਦਿਸ਼ਾਵਾਂ ਨੂੰ। ਗਵਾ ਕੇ ਪਿੰਡ ਵਿੱਚ ਵਸਦੇ ਘਰਾਂ ਤੇ ਮਾਵਾਂ ਨੂੰ, ਸ਼ਹਿਰ 'ਚ ਭਾਲਦੇ ਹੋ ਕਿਸ ਦੀਆਂ ਦੁਆਵਾਂ ਨੂੰ। ਬਣਾਉਂਦੇ ਬਰਫ਼ 'ਤੇ ਤਾਂ ਵੀ ਸਦੀਵੀ ਹੋ ਜਾਂਦੇ, ਤੁਸੀਂ ਬਣਾ ਰਹੇ ਹੋ ਭਾਫ 'ਤੇ ਹੀ ਰਾਵਾਂ ਨੂੰ। ਹਮੇਸ਼ ਕਲਪਨਾ ਦੇ ਦੀਪ ਬਾਲ ਕੇ ਰੱਖਣਾ, ਹਨੇਰ ਖਾ ਨਾ ਜਾਵੇ ਮਨ ਦੀਆਂ ਗੁਫਾਵਾਂ ਨੂੰ। ਹਜ਼ਾਰਾਂ ਯਤਨ ਕੀਤੇ ਇਹ ਅਖੀਰ ਵਹਿ ਤੁਰੀਆਂ, ਜ਼ਰਾ ਵੀ ਰੋਕ ਨਾ ਸਕਿਆ ਮੈਂ ਭਾਵਨਾਵਾਂ ਨੂੰ। ਕਿਸੇ ਦੀ ਪੈੜ ਤੱਕ ਮੈਨੂੰ ਨਜ਼ਰ ਨਹੀਂ ਆਉਂਦੀ, ਇਹ ਡੰਡੀ ਜਾ ਰਹੀ ਅਣਦੇਖੀਆਂ ਹੀ ਰਾਹਾਂ ਨੂੰ। ਜਿਨ੍ਹਾਂ ਨੇ ਵੇਦਨਾ ਤੱਕ ਵੀ ਗਵਾ ਲਈ ਆਪਣੀ, ਉਹ ਲੋਕ ਮੁੜ ਰਹੇ ਨੇ ਸ਼ਹਿਰ 'ਚੋਂ ਗਿਰਾਵਾਂ ਨੂੰ। ਗੁਜ਼ਰ ਕੇ ਤੂੰ ਮੇਰੇ ਸੜਦੇ ਬਦਨ ਦੀ ਅਗਨੀ 'ਚੋਂ, ਕਦੇ ਤਾਂ ਮਾਣ ਆ ਕੇ ਰੂਹ ਦੀਆਂ ਹਵਾਵਾਂ ਨੂੰ। ਮੇਰੇ ਤੋਂ ਪਾਰ ਵੀ ਸੁਲਗਣ ਅਨੇਕਾਂ ਮਾਰੂਥਲ, ਖਬਰ ਨਹੀਂ ਹੈ ਇਸ ਦੀਆਂ ਕਾਲੀਆਂ ਘਟਾਵਾਂ ਨੂੰ। ਉੱਠਣ ਦੇ ਵੇਗ ਤੂੰ ਸਜਰਾ, ਉਬਾਲ ਉਛਲਣ ਦੇ ਵਗਣ ਦੇ ਇਸ ਤਰ੍ਹਾਂ ਤੂੰ ਤਾਜ਼ੀਆਂ ਹਵਾਵਾਂ ਨੂੰ। ਕੁਲਵਿੰਦਰ ਕਹਿੰਦਾ ਆਏ ਨੇ ਜੋ ਦਿਨ, ਕਿਸ ਤਰ੍ਹਾਂ ਦੇ ਦਿਨ ਨੇ ਇਹ ਆਏ। ਉਫ, ਰਾਤ ਤੋਂ ਕਾਲੇ ਨੇ ਸਵੇਰੇ ਦੇ ਹੀ ਸਾਏ। ਇਸ ਸ਼ਹਿਰ ਦਾ ਹਰ ਸ਼ਖਸ ਨਿਗਾਹਾਂ ਨੂੰ ਗਵਾ ਕੇ ਦੱਸੇਗਾ ਕਿਵੇਂ ਹੁਣ ਜੋ ਤੁਸੀਂ ਦੀਪ ਜਗਾਏ। ਹਰਫਾਂ ਦੀਆਂ ਡਾਰਾਂ ਨੂੰ ਹੀ ਨੀਹਾਂ 'ਚ ਵਿਛਾ ਕੇ, ਰਾਤਾਂ ਨੂੰ ਮੈਂ ਕਾਗਜ਼ 'ਤੇ ਕਈ ਮਹਿਲ ਬਣਾਏ। ਇੱਕ ਪ੍ਰਿਜ਼ਮ 'ਚੋਂ ਲੰਘਣ ਦੇ ਹੀ ਮਗਰੋਂ ਪਤਾ ਲੱਗਿਆ, ਇੱਕ ਕਿਰਨ ਨੇ ਸੀਨੇ 'ਚ ਕਈ ਰੰਗ ਛੁਪਾਏ। ਧੂੰਆਂ ਹੀ ਧੂੰਆਂ, ਖੁਸ਼ਕ ਹਵਾ, ਸ਼ਾਮ ਉਦਾਸੀ, ਜੀਵਨ ਦੇ ਸਫ਼ਰ ਵਿੱਚ ਹਾਂ ਕਿਸ ਮੋੜ 'ਤੇ ਆਏ। ਲਿਖਦਾ ਹੀ ਰਿਹਾ ਦਰਦ ਜ਼ਮਾਨੇ ਦਾ ਹਮੇਸ਼ਾ, ਅੱਜ ਤੱਕ ਨਾ ਤੇਰੀ ਸ਼ਾਨ 'ਚ ਮੈਂ ਗੀਤ ਬਣਾਏ। ਚਲੋ ਇੱਕ ਗਜ਼ਲ ਹੋਰ ਸੁਣਾ ਕੇ ਤੁਹਾਡੇ ਨਾਲ ਸਾਂਝ ਥੋੜ੍ਹੇ ਸਮੇਂ ਲਈ ਤੋੜਾਂਗਾ। ਅਗਲੀ ਕਿਤਾਬ ਬਾਰੇ ਫਿਰ ਗੱਲ ਕਰਾਂਗੇ ਕਿ ਸੂਰਜ ਨਾ ਸਿਤਾਰਾ, ਨਾ ਹੀ ਜੁਗ ਨੂੰ ਨਜ਼ਰ ਆਵੇ। ਕੋਈ ਤਾਂ ਘਣੀ ਰਾਤ 'ਚ ਇੱਕ ਦੀਪ ਜਗਾਵੇ। ਨਾ ਚੰਦ ਸੁਲਗਦਾ ਹੈ, ਨਾ ਜਗਦੇ ਨੇ ਸਿਤਾਰੇ, ਇਹ ਰਾਤ ਮੇਰੇ ਜ਼ਿਹਨ 'ਚ ਹੁਣ ਲੈ ਹੀ ਨਾ ਜਾਵੇ। ਜੀਵਨ ਦੇ ਕਿਸ ਰੰਗ 'ਚੋਂ ਗੁਜ਼ਰੇ ਹਾਂ ਕਿ ਹੁਣ ਤਾਂ, ਨਾ ਥਲ ਦਾ ਸਫ਼ਰ ਰਾਤ ਘਣੀ ਦਰਦ ਸਤਾਵੇ। ਸ਼ਾਇਰ ਜਾਂ ਪੈਗੰਬਰ ਜਾਂ ਇਹ ਦਰਵੇਸ਼ ਹੈ ਕੋਈ, ਇਹ ਕੌਣ ਹੈ ਜੋ ਰਾਤਾਂ ਨੂੰ ਬੁਝੇ ਦੀਪ ਜਗਾਵੇ। ਉਹ ਰੰਗ ਹਵਾ ਫੁੱਲ, ਉਹ ਬਾਰਿਸ਼ ਤੇ ਪਰਿੰਦੇ, ਰਹਿ ਰਹਿ ਕੇ ਹੀ ਰੁੱਤ ਮੇਰਾ ਚੈਨ ਚੁਰਾਵੇ। ਸਭ ਲੋਕ ਸਮਝਦੇ ਨੇ ਪੱਤ ਝੜਦਾ ਹੈ ਮੌਸਮ, ਕਾਗਜ਼ ਦੀਆਂ ਕਲੀਆਂ ਕੋਈ ਸ਼ਾਖਾਂ 'ਤੇ ਨਾ ਲਾਵੇ। ਸੰਗੀਤ ਨਹੀਂ
ਇਹ ਹੈ ਜਿਵੇਂ ਚੀਖ ਡਰਾਉਣੀ, ਕੋਈ ਤਾਂ ਕਹੇ ਉਸ ਨੂੰ ਕਿ ਹੋਰ ਨਾ ਗਾਵੇ, ਸੂਰਜ ਨਾ ਸਿਤਾਰਾ ਨਾ ਹੀ ਜੁਗ ਨੂੰ ਨਜ਼ਰ ਆਵੇ, ਕੋਈ ਤਾਂ ਘਣੀ ਰਾਤ ਇਹ ਦੀਪ ਜਗਾਵੇ। ਇਹ ਘਣੀ ਰਾਤ ਵਿੱਚ ਜਗਦਾ ਦੀਪ ਮੇਰਾ ਵੀਰ ਕੁਲਵਿੰਦਰ ਹੈ। ਉਸ ਦੀ ਰੌਸ਼ਨੀ ਤੋਂ ਵਾਕਿਫ ਹੋਣ ਵਾਸਤੇ ਤੁਸੀਂ ਵੀ ਸ਼ਾਮ ਦੀ ਸ਼ਾਖ 'ਤੇ ਕਿਤਾਬ ਪੜ੍ਹਨਾ। ਇਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪਬਲਿਸ਼ ਕੀਤਾ ਔਰ ਬਹੁਤ ਖੂਬਸੂਰਤ ਛਾਪੀ ਕਿਤਾਬ। ਸੋ ਇੱਥੇ ਹੀ ਗੱਲ ਮੁਕਾਉਣਾ ਮਿੱਤਰ ਪਿਆਰਿਓ। ਕਿਸੇ ਨਵੀਂ ਕਿਤਾਬ ਵਾਸਤੇ ਫਿਰ ਕੋਈ ਵਕਤ ਕੱਢ ਕੇ, ਜਿਹੜੀ ਕਿਤਾਬ ਮੈਨੂੰ ਲੜੇਗੀ ਉਸ ਕਿਤਾਬ ਦੀ ਗੱਲ ਕਰਦਾ, ਹਰ ਕਿਤਾਬ ਦੀ ਨਹੀਂ। ਸੋ ਇਸ ਕਿਤਾਬ ਨੂੰ ਬਹੁਤ ਸਾਰੇ ਪਿਆਰ ਨਾਲ ਚੁੰਮਦਾ ਹੋਇਆ, ਮੁਹੱਬਤ ਵੰਡਦਾ ਹੋਇਆ, ਲੈਂਦਾ ਹੋਇਆ, ਦਿੰਦਾ ਹੋਇਆ, ਸ਼ਬਦਾਂ ਦੀ ਰੌਸ਼ਨੀ 'ਚੋਂ ਤੁਹਾਡੇ ਨਾਲ ਮੁਖਾਤਬ ਹੋਇਆ। ਬਹੁਤ ਬਹੁਤ ਧੰਨਵਾਦ। ਤੁਹਾਡਾ ਆਪਣਾ ਗੁਰਭਜਨ ਗਿੱਲ।